ਧੰਨ ਵਾਹਿਗੁਰੂ ਸਾਹਿਬ ਜੀ। ਆਸਾ ਬਟੁਆ ਏਕ 72 ਆਧਾਰੀ। ਏਕੋ ਜਿਸ ਹੈ ਦੁਆਰਾ, ਨਵੇਂ ਖੰਡ ਕੀ ਪ੍ਰਿਥਮੀ ਮੰਗੈ। ਸੋ ਜੋਗੀ ਜਗ ਸਾਰਾ, ਐਸਾ ਜੋਗੀ ਨੌ ਨਿਧ ਪਾਵੈ। ਤਲ ਕਾ ਬ੍ਰਹਮ ਲੇ ਗਗਨ ਚਰਾਵੈ। ਰਹਾਉ ਖਿੰਥਾ ਗਿਆਨ ਧਿਆਨ ਕਰ ਸੋਈ। ਸ਼ਬਦ ਤਾਗਾ ਮਥ ਘਾਲੈ। ਪੰਚ ਤਤ ਕੀ ਕਰ ਮਿਰਗਾਣੀ। ਗੁਰ ਕੈ ਮਾਰਗ ਚਾਲੈ। ਦਇਆ ਫੁਹਾਰੀ ਕਾਇਆ ਕਰ ਧੂਈ। ਦ੍ਰਿਸ਼ਟ ਕੀ ਅਗਨ ਜਲਾਵੈ। ਤਿਸ ਕਾ ਭਾਉ ਲਏ ਰਿਦ ਅੰਤਰ। ਚੌਹ ਜੁਗ ਤਾੜੀ ਲਾਵੈ। ਸਭ ਜੋਗਤਨ ਰਾਮ ਨਾਮ ਹੈ। ਜਿਸ ਕਾ ਪਿੰਡ ਪਰਾਨਾ। ਕਹੋ ਕਬੀਰ ਜੇ ਕਿਰਪਾ ਧਾਰੈ। ਦੇ ਸੱਚ ਨਿਸਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਆਪ ਜੀ ਨੇ ਜੋ ਅੰਮ੍ਰਿਤ ਬਚਨ ਸਰਵਣ ਕੀਤਾ ਹੈ, ਇਹ ਭਗਤ ਕਬੀਰ ਸਾਹਿਬ ਜੀ ਦੀ ਮੁਖਾਰ ਬਿੰਦ ਰਸਨਾ ਤੋਂ ਉਚਾਰਨ ਕੀਤਾ ਹੋਇਆ ਆਸਾ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 477 ਦੇ ਉੱਪਰ ਸੁਭਾਏਮਾਨ ਹੈ। ਇਸ ਪਾਵਨ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਜੋਗੀ ਨੂੰ ਜਿਹੜਾ ਉਪਦੇਸ਼ ਦੇ ਰਹੇ ਨੇ। ਕਹਿਣ ਲੱਗੇ, ਭਾਈ ਕੋਈ ਇਹੋ ਜਿਹਾ ਜੋਗੀ ਹੋਵੇ ਜਿਹੜਾ ਆਤਮਕ ਆਪਣੀ ਆਤਮਾ ਨੂੰ ਸੰਸਾਰ ਦੇ ਮੋਹ ਮਾਇਆ ਦੇ ਵਿੱਚੋਂ ਕੱਢ ਕੇ ਪਰਮਾਤਮਾ ਦੇ ਨਾਲ ਜੋੜ ਦੇਵੇ, ਉਸ ਅਕਾਲ ਪੁਰਖ ਬ੍ਰਹਮ ਦੇ ਨਾਲ ਜੋੜ ਦੇਵੇ। ਉਹਨੂੰ ਜਿਹੜਾ ਉਹ ਜੋਗੀ ਕਿਹਾ ਜਾ ਸਕਦਾ ਹੈ। ਜੇ ਤੇਰੀ ਸੁਰਤ ਮਾਇਆ ਤੋਂ ਨਿਰਲੇਪ ਨਹੀਂ ਹੋਈ, ਜੇ ਤੇਰੀ ਸੁਰਤ ਪਰਮਾਤਮਾ ਦੇ ਨਾਲ ਜੁੜੀ ਨਹੀਂ, ਤੇ ਭਗਤ ਕਬੀਰ ਸਾਹਿਬ ਕਹਿੰਦੇ ਅਸੀਂ ਉਹਨੂੰ ਜੋਗੀ ਨਹੀਂ ਕਹਿ ਸਕਦੇ। ਤੇ ਮੈਂ ਪਿਛਲੇ ਦਿਨੀ ਬੇਨਤੀ ਕੀਤੀ ਸੀ, ਜੋਗ ਦਾ ਅਰਥ ਹੁੰਦਾ ਮਿਲਾਪ। ਜੋਗੀ ਦਾ ਅਰਥ ਹੈ ਜਿਹੜਾ ਮਿਲਿਆ ਹੋਇਆ ਹੈ ਪਰਮਾਤਮਾ ਦੇ ਨਾਲ। ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਅੰਮ੍ਰਿਤ ਬਚਨ, ਮੈਂ 2 ਪੰਕਤੀਆਂ ਪੜ੍ਹ ਦੇਣਾ, ਅਰਥ ਕਰਨੇ ਸੌਖੇ ਹੋ ਜਾਣ ਕਿ ਉਹ ਕਿਹੋ ਜਿਹਾ ਜੋਗੀ ਹੈ। ਇੱਥੇ ਭਗਤ ਕਬੀਰ ਸਾਹਿਬ ਕਹਿ ਰਹੇ, ਐਸਾ ਜੋਗੀ ਨੌ ਨਿਧ ਪਾਵੈ। ਤਲ ਕਾ ਬ੍ਰਹਮ ਲੇ ਗਗਨ ਚਰਾਵੈ। ਆਪਣੀ ਆਤਮਾ ਨੂੰ ਗਗਨ ਦੇ ਵਿੱਚ ਭਾਵ ਪਰਮਾਤਮਾ ਦੇ ਨਾਲ ਜੋੜਦਾ। ਹੁਣ ਉਹ ਜੋਗੀ ਕਿਹੜਾ ਹੈ? ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਜੋਗ ਨਾ ਖਿੰਥਾ, ਜੋਗ ਨਾ ਡੰਡੈ, ਜੋਗ ਨਾ ਭਸਮ ਚੜਾਈਐ, ਜੋਗ ਨਾ ਮੁੰਦੀ ਮੂੰਡ ਮੁਡਾਇਐ, ਜੋਗ ਨਾ ਸਿੰਘੀ ਵਾਈਐ। ਥੋੜ੍ਹੇ ਜਿਹੇ ਮੈਂ ਅਰਥ ਕਰ ਦੇਣਾ। ਖਿੰਥਾ ਕਹਿੰਦੇ ਨੇ ਗੋਦੜੀ ਨੂੰ, ਚਲੋ ਇਹਦੇ ਵਿੱਚ ਜ਼ਿਕਰ ਆਉਣਾ ਹੈ। ਕਹਿਣ ਲੱਗੇ ਤੂੰ ਗੋਦੜੀ ਤਨ 'ਤੇ ਧਾਰਨ ਕਰ ਲਈ। ਇਹ ਸਾਰੇ ਚਿੰਨ੍ਹ ਨੇ ਜੋਗੀਆਂ ਦੇ। ਜੋਗ ਜਿਹੜਾ ਉਹ ਤੂੰ ਮੰਨ ਲਾ ਗੋਦੜੀ ਧਾਰਨ ਕਰ ਲਈ, ਤਨ ਦੇ ਉੱਤੇ ਭਸਮ ਲਾ ਲਈ, ਕੰਨਾਂ ਦੇ ਵਿੱਚ ਮੁੰਦਰਾਂ ਪਾ ਲਈਆਂ, ਆਪਣਾ ਜਿਹੜਾ ਸਿਰ ਦੇ ਵਾਲ ਕਟਾ ਲਏ। ਕਹਿ ਲਗੇ ਇਹਨਾਂ ਸਾਰਿਆਂ ਤਰੀਕਿਆਂ ਨੂੰ ਅਪਣਾਉਣ ਦੇ ਨਾਲ, ਇਹ ਸਾਰੇ ਚਿੰਨ੍ਹ ਧਾਰਨ ਕਰਨ ਦੇ ਨਾਲ ਯੋਗ ਨਹੀਂ ਮਿਲਣਾ। ਫਿਰ ਯੋਗ ਕਿਵੇਂ ਮਿਲਣਾ ਹੈ? ਕਹਿ ਲਗੇ ਅੰਜਨ ਮਾਹੇ ਨਿਰੰਜਨ ਰਹੀਏ। ਅੰਜਨ ਕਹਿੰਦੇ ਨੇ ਕਾਲਖ ਤੋਂ ਰਹਿਤ ਪਰਮਾਤਮਾ ਨੂੰ। ਕਹਿਣ ਲੱਗੇ ਸੁਰਮਾ ਕਾਲਾ ਹੁੰਦਾ ਹੈ, ਭਾਵ ਕਾਲਖ ਮਾਇਆ ਦੀ। ਨਿਰਅੰਜਨ ਜਿਹੜਾ ਕਾਲਖ ਤੋਂ ਰਹਿਤ, ਅੰਜਨ ਮਾਹੇ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ, ਸੰਸਾਰ 'ਚ ਰਹਿੰਦਿਆਂ ਹੋਇਆਂ ਨਿਰੰਜਨ ਰਹੀ ਹੈ।
कालख च रहना है पर ये तो नरलेप है। जिवें आपां उस दिन वाचिया सी ना कि कमल दा फुल रहिंदा चिक्कड़ च, पर चिक्कड़ तो नरलेप है। गुरु नानक साहब कह लगे रहना तू संसार दे विच है, रहना तू माया दे विच है, रहना तू परिवार दे विच है, पर सुरत तेरी इन्हां तो उत्ते होनी चाहिए। अंजन माहे निरंजन रहीए जोग जुगत इव पाइए। आ तरीका है, इस तरीके नाल तू परमात्मा दे नाल जुड़ सकदा है। जे तेरी सुरत परमात्मा दे नाल नहीं जुड़ी तो तैनूं जोगी नहीं कहा जा सकता। अंजन माहे निरंजन रहीए जोग जुगत इव पाइए। गल्ली जोग ना होई, कहंदे तू गल्लां नाल जोगी थोड़ा बन जाएगा। फिर की करा, कहणगे एक दृष्ट कर समसर जाने। समसर अर्थ हुंदा बराबर। कहंदे एक वो दृष्टि अपना जिहदे नाल तैनूं सारे ही बराबर दिखण। एक दृष्ट कर समसर जाने जोगी कहीए सोई। आ जोगी की परिभाषा है। पर मैं एक नाल ही बेनती कर देवां गुरमुखो, जे जोगी नूं कहा है कि तेरे बाहरी चिन्ह किसे काम नहीं, जे तू परमात्मा दे नाल सुरत नहीं जोड़दा, याद रखियो सिख लई भी इहो उपदेश आ साडे। जे वो गोदड़ी पाउंदा है, कन्नां च मुंदरा पाउंदा है, तन ते भस्म लाउंदा, ते साडे भी तो चिन्ह ने ना धार्मिक। मैं पिछले समय च आसा दी वार च भी इहो गल कही सी, चिन्हां दा अर्थ तां ही है जे असीं परमात्मा दे नाल जुड़दे। जे तुसीं परमात्मा दे नाल नहीं जुड़े, सुरत माया तो माया दी कालख तो नहीं लत्ती, तो याद रखियो तुहाडे ये चिन्ह किसी भी काम नहीं आउणगे। कई वारी ना मनुख भुलेखा खा जाता है। वो भुलेखा खा के ये गल कहता चलो इन्ना कुते असीं करदे आ ना, याद रखियो इन्ने क दी कोई वैल्यू नहीं परमात्मा दे घर दे विच। उहदे घर दे विच 100/100 ही चलना है काम। असीं एक अद्धा कर्म कर लिया, थोड़ा जिहा पाठ कर लिया, थोड़ी सेवा कर ली, कहने इन्ना क चलदा है। इन्ना क एक तू जपजी साहब कर लिया, सारी दिहाड़ी लोकां दा हक मारदा रहा, तो की वो फिर उन्ना क वो कीता उहदा नहीं हिसाब होवेगा। सो इस करके तेरी असुरत जिहड़ी है परमात्मा दे नाल जुड़नी चाहिए है। तेरे सिर मुनाए दा, तेरे कहन लगे कन्नां च मुंदरां पाए दा, तेरी गोदड़ी पहने दा, तेरे हत्थ च डंडा फड़े दा, तन ते भस्म लाए दा, कोई फायदा नहीं जे तू परमात्मा दे नाल नहीं जुड़दा। इत्थे गुरु नानक साहब का यह बचन है। तो अज के शब्द के भगत कबीर साहब कह लगे ऐसा जोगी नौ निध पावै। ऐसा किहो जिहा जी, तल का ब्रह्म ले गगन चरावै। तल कहते ने जमीन नूं, गगन कहते ने आकाश नूं। ब्रह्म का इत्थे मम्मे नूं औंकड़, इहदा अर्थ करांगे आत्मा। कहते इहो जिहा जोगी होना चाहिए जिहड़ा अपनी आत्मा नूं माया तल थल्ले हो गया, असीं माया च फसे हाँ। तल का अर्थ भाव अर्थ करांगे माया। माया दे विच खचित होया जिहड़ा जोगी है, जदों अपनी सुरत नूं परमात्मा दे नाल जोड़ लैंदा है, तो कबीर साहब जी कहते हैं ऐसा जोगी नौ निध पावे। वो नौ निध परमात्मा दे खजाने नूं नाम नूं पा लैंदा है। क्योंकि साडे घर दे विच नौ निधियां दा अर्थ की है? नौ निध अमृत प्रभ का नाम। असीं नौ निधियां दूजियां नहीं गिनियां, हीरा मोती जिहड़े जवाहरत, ये नहीं। निधियां दा अर्थ परमात्मा का नाम ही सिख वास्ते नौ निधियां दा खजाना है। तो भगत साहब जी कह लगे भलिया जे तेरी सुरत परमात्मा दे नाल जुड़ी है तो तां तू जोगी है, जे नहीं जुड़ी तो समुचे शब्द च समझा रहे हैं कि ये बाहरी जिहड़े तेरे चिन्ह ने ये कोई अर्थ नहीं रखते। हाँ ये अर्थ रखणगे जे तू इन्हां नूं परमात्मा वाले पासे जोड़न का जिहड़ा यतन करेगा। आरंभ दे विच भगत कबीर साहब जी बख्शिश करते हैं। आसा आसा राग है जी। बटुआ एक 72 आधारी एको जिसै द्वारा। बटूआ ये जिहड़ा इहदा बटूआ पाठ नहीं करना। बटूआ ये बटूआ जिवें अज एक असीं पर्स रखते हैं, वैसे बटूए का अखरी अर्थ हुंदा है वो पात्र जां वो कपड़ा जां वो झोली जिहदे विच नगदी रखी जाती है। जिवें बंदियां दे कोल जिहड़ा असीं उहनूं पर्स बटूआ कहने हैं ना, बीबियां दे बटूए दी गल ही छड्ड दो, उन्हां सारा ब्यूटी पार्लर ही पाया हुंदा। बंदियां दे पर्स च कल्ले पैसे हुंदे, होर कुछ नहीं हुंदा। सो बटूए का वो अर्थ है जिस च कीमती चीज़ पाई जाए जिहड़े लोड़ पैण ते काम आ जाए। तो मैनूं तो समझ नहीं आती भी ये विचारियां ये इत्थों ला के जलंधर जाना हो तो 2 बारी मेकअप कर लेंदी, इन्होंने वो बटूआ बनाया। वैसे बटूआ वो नहीं, बड़े अर्थ चलो चेंज होंदे ने, पर जो असी अज मन के चलते हैं। कह लगे बटूआ एक 72 आधारी। 72 ये गिनती है, 72। आधारी का अर्थ करांगे झोली। हुण ये की करते हैं जोगी, इन्हां दे कोल एक झोली हुंदी है जिहदे विच भिखिया मंगते हैं। एक इन्हां कोल बटूआ हुंदा है जिहदे विच स्वाह नूं पाया जाता है। स्वाह के गोले जे बना के ना स्वाह पाई जाती है। वो जदों इन्हां दे तन की स्वाह लथदी है ना, जिहड़ी मली वो स्वाह कढ के फिर तन के उत्ते मल लैंदे ने, क्योंकि जोगी तन ते स्वाह मल के रखते हैं। भगत कबीर साहब कह लगे भलिया तू एक काम कर, अपने इत्थे बटूए का अर्थ करांगे शरीर, शरीर नूं बटूआ बना ला।
ਹੁਣ ਸਰੀਰ ਦੇ ਵਿੱਚ ਜਿਹੜੀ ਸੁਆਹ ਹੈ ਉਹ ਪਰਮਾਤਮਾ ਦੇ ਨਾਮ ਦੀ ਪਾਉਣੀ ਹੈ। ਸਰੀਰ ਆ ਜਿਹੜਾ ਹੈ ਉਹਨੂੰ ਪਰਮਾਤਮਾ ਦੇ ਨਾਮ ਦੇ ਵਾਲੇ ਪਾਸੇ ਜੋੜਨਾ ਹੈ। ਬਾਹਰੀ ਸੁਆਹ ਮਲਣ ਦਾ ਤਾਂ ਕੋਈ ਫਾਇਦਾ ਨਹੀਂ ਨਾ। ਬਾਹਰੀ ਸੁਆਹ ਇਹ ਫਿਰ ਇੱਕ ਬੇਨਤੀ ਕਰਾਂ, ਸੁਆਹ ਤਾਂ ਮਲੀ ਜਾਂਦੀ ਸੀ ਜਿੱਥੋਂ ਇਹ ਯੋਗ ਮਤ ਸ਼ੁਰੂ ਹੁੰਦਾ ਹੈ। ਸੁਆਹ ਮਲਣ ਦਾ ਇਹਨਾਂ ਦਾ ਕਾਰਨ ਇਹ ਸੀ, ਇਹ ਗੱਲ ਮੰਨਦੇ ਸਨ ਕਿ ਜਿਵੇਂ ਤਨ ਦੇ ਉੱਤੇ ਸੁਆਹ ਹੈ, ਸੁਆਹ ਦੀ ਕੋਈ ਵੈਲਿਊ ਨਹੀਂ ਹੈ, ਇਸੇ ਤਰੀਕੇ ਦੇ ਨਾਲ ਭਲਿਆ ਤੇਰਾ ਆ ਤਨ ਜਿਹੜਾ ਸਰੀਰ ਹੈ ਇਹ ਵੀ ਸੁਆਹ ਹੈ, ਸਰੀਰ ਦੀ ਵੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਕੋਈ ਵੈਲਿਊ ਨੂੰ ਕੋਈ ਕੀਮਤ ਨਹੀਂ। ਇਹ ਇੱਕ ਸਿਧਾਂਤ ਸੀ। ਸੁਆਹ ਦਾ ਕੋਈ ਨਾ ਕੋਈ ਸੁਆਹ ਜਿਹੜੀ ਤਨ ਤੇ ਪਾਈ ਹੋਈ ਸੀ ਨਾ, ਇਹ ਮਾਇਨੇ ਰੱਖਦੀ ਸੀ। ਪਰ ਆਉਣ ਵਾਲੇ ਸਮੇਂ ਦੇ ਵਿੱਚ ਹੌਲੀ ਹੌਲੀ ਇਹ ਜਿਹੜਾ ਸਿਧਾਂਤ ਉੱਡ ਗਿਆ। ਤਨ ਨੂੰ ਤੇ ਮਿੱਥਿਆ ਸਮਝਣਾ ਜਿਹੜਾ ਛੱਡ ਦਿੱਤਾ, ਤਨ ਦਾ ਮੋਹ ਤੇ ਕਰਨਾ ਸੀ ਜਿਹੜਾ ਨਹੀਂ ਸੀ ਕਰਨਾ ਉਹ ਤੇ ਛੱਡ ਕੇ ਮੋਹ ਕਰਨ ਲੱਗ ਪਏ। ਪਰ ਇਸ ਸੁਆਹ ਨੂੰ ਹੀ ਸਾਰਾ ਕੁਝ ਸਮਝਣ ਲੱਗ ਜਿਹੜਾ ਸੀ ਇਹਨਾਂ ਨੇ ਸ਼ੁਰੂ ਕਰ ਦਿੱਤਾ। ਸੁਆਹ ਦਾ ਮਤਲਬ ਇੰਨਾ ਕੁ ਸੀ ਕਿ ਜਿਵੇਂ ਸੁਆਹ ਦੀ ਕੋਈ ਵੈਲਿਊ ਨਹੀਂ ਹੈ, ਇਸੇ ਤਰੀਕੇ ਦੇ ਨਾਲ ਆ ਸਰੀਰ ਦੀ ਵੀ ਨਾਮ ਤੋਂ ਬਿਨਾਂ ਕੋਈ ਵੈਲਿਊ ਨਹੀਂ। ਇੱਥੇ ਸਤਿਗੁਰੂ ਜੀ ਇਹ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਬਟੂਆ ਏਕ 72 ਆਧਾਰੀ। ਕਹਿੰਦੇ ਜਿਹੜੀਆਂ ਤੇਰੇ ਸਰੀਰ 'ਚ ਵੱਡੀਆਂ ਵੱਡੀਆਂ 72 ਨਾੜੀਆਂ ਨੇ ਨਾ, ਉਸ ਸਰੀਰ ਨੂੰ 72 ਨਾੜੀਆਂ ਵਾਲੇ ਸਰੀਰ ਨੂੰ ਜਿਹੜਾ ਹੈ ਉਹ ਝੋਲੀ ਬਣਾ, ਜਿਹਦੇ ਵਿੱਚ ਤੂੰ ਪਰਮਾਤਮਾ ਦੇ ਅੱਗੇ ਜਿਹੜੀ ਹੈ ਭਿੱਖਿਆ ਮੰਗ ਸਕੇ, ਭਾਵ ਪਰਮਾਤਮਾ ਦੀ ਬੰਦਗੀ ਕਰ ਸਕੇ। ਹੁਣ ਜੋਗੀ ਜਿਹੜੇ ਸਨ, ਇੱਥੇ ਅੱਜ ਆਪਾਂ ਨੂੰ ਕਈ ਗੱਲਾਂ ਤੋਂ ਰੁਕਣਾ ਪਵੇਗਾ। ਜੋਗੀ ਦੇ ਹੱਥ ਦੇ ਵਿੱਚ ਝੋਲੀ, ਇੱਕ ਹੱਥ 'ਚ ਪਾਤਰ ਹੁੰਦਾ ਸੀ ਜਿਹਦੇ ਵਿੱਚ ਉਹ ਭਿੱਖਿਆ ਮੰਗਦੇ ਸਨ। ਉਹਦਾ ਇੱਕ ਕਾਰਨ ਸੀ, ਭਿੱਖਿਆ ਜੋਗੀਆਂ ਦੇ ਕੋਲੋਂ ਤਾਂ ਮੰਗਾਈ ਜਾਂਦੀ ਸੀ ਕਿ ਇਹਨਾਂ ਦਾ ਹੰਕਾਰ ਖਤਮ ਹੋ ਸਕੇ, ਈਗੋ ਖਤਮ ਹੋ ਸਕੇ। ਜੇ ਤੁਸੀਂ ਯੋਗ ਮਤ ਨੂੰ ਪੜ੍ਹੋ ਨਾ, ਤੇ ਜੋਗੀ ਇਹ ਕੋਈ ਆਮ ਘਰਾਣੇ ਦੇ ਲੜਕੇ ਨਹੀਂ ਬਣਦੇ। ਜੋਗੀ ਜਿਹੜੇ ਬੜੇ ਬੜੇ ਰਾਜ ਘਰਾਣਿਆਂ ਦੇ ਮੁੰਡੇ ਆਣ ਕੇ ਜੋਗੀ ਬਣਦੇ ਸਨ, ਜਿਵੇਂ ਬਾਬਾ ਬੰਦਾ ਸਿੰਘ ਬਹਾਦਰ, ਪਹਿਲਾਂ ਮਾਧੋ ਦਾਸ ਬਰਾਗੀ, ਇਹ ਜੋਗੀ ਬਣਦਾ ਹੈ। ਬੜੇ ਇਹੋ ਜਿਹੇ ਲੋਕ ਨੇ ਜਿਹੜੇ ਜੋਗੀ ਬਣਦੇ ਸਨ। ਉਹ ਰਾਜਕੁਮਾਰ ਸਨ ਜਿਹੜੇ ਵੱਡੇ ਘਰਾਣਿਆਂ ਦੇ, ਜਦੋਂ ਉਹਨਾਂ ਦਾ ਸੰਸਾਰ ਦੇ ਨਾਲੋਂ ਮੋਹ ਟੁੱਟਣਾ, ਉਹਨਾਂ ਨੇ ਜੋਗੀ ਬਣ ਜਾਣਾ। ਤੇ ਉਹਨਾਂ ਦੇ ਹੱਥ ਦੇ ਵਿੱਚ ਠੂਠਾ ਫੜਾ ਕੇ ਘਰ ਘਰ ਤਾਂ ਮੰਗਾਇਆ ਜਾਂਦਾ ਸੀ, ਤੂੰ ਰਾਜ ਘਰਾਣੇ ਤੋਂ ਹੈ, ਤੇਰੇ ਅੰਦਰ ਹੰਕਾਰ ਰਹੇਗਾ ਕਿ ਮੈਂ ਰਾਜਕੁਮਾਰ ਹਾਂ, ਤੇ ਰਾਜਕੁਮਾਰ ਹੋਣ ਕਰਕੇ ਮੈਂ ਚਲੋ ਬੰਦਗੀ ਵਾਲੇ ਪਾਸੇ ਲੱਗ ਪਿਆ। ਤੂੰ ਘਰ ਘਰ ਦੇ ਵਿੱਚ ਠੂਠਾ ਫੜ ਕੇ ਮੰਗੀ, ਤੇਰਾ ਹੰਕਾਰ ਟੁੱਟੇਗਾ। ਮੈਂ ਰਾਜਕੁਮਾਰ ਨਹੀਂ, ਇੱਕ ਭਿਖਾਰੀ ਹਾਂ, ਕੋਈ ਮੈਨੂੰ ਜੋ ਮਰਜ਼ੀ ਦੇਵੇ ਮੈਂ ਉਹਨੂੰ ਕੋਈ ਵਾਰਤਾਲਾਪ ਨਹੀਂ ਕਰ ਸਕਦਾ, ਕਿਉਂਕਿ ਰਾਜੇ ਦੇ ਅੱਗੇ ਕੋਈ ਬੋਲ ਨਹੀਂ ਸੀ ਨਾ ਸਕਦਾ। ਰਾਜੇ ਨੇ ਜੋ ਹੁਕਮ ਕਰਦਾ ਲੋਕਾਂ ਨੂੰ ਮੰਨਣਾ ਪੈਂਦਾ ਸੀ, ਪਰ ਭਿਖਾਰੀ ਕੁਝ ਨਹੀਂ ਬੋਲ ਸਕਦਾ। ਹੁਣ ਭਿਖਾਰੀ ਇੱਕ ਗਰੀਬ ਦੇ ਬੂਹੇ ਅੱਗੇ ਜਾਵੇ, ਗਰੀਬ ਵੀ ਉਹਨੂੰ ਗਾਲਾਂ ਕੱਢ ਸਕਦਾ, ਅਮੀਰ ਦੇ ਜਾਵੇ ਉਹ ਵੀ ਕੱਢ ਸਕਦਾ। ਇਹ ਇੱਕ ਵੈਸੇ ਗੱਲ ਕਰ ਰਿਹਾ ਤੁਹਾਡੇ ਨਾਲ, ਤੁਸੀਂ ਕੱਢਣ ਨਾ ਲੱਗ ਪਿਓ ਕਿਸੇ ਨੂੰ, ਸਿਰਫ ਇੱਕ ਸਿਧਾਂਤ ਹੈ। ਭਿਖਾਰੀ ਦੀ ਆਪਣੀ ਕੋਈ ਵੈਲਿਊ ਨਹੀਂ, ਉਹ ਕੁਛ ਨਹੀਂ ਬੋਲ ਸਕਦਾ। ਇਸੇ ਤਰੀਕੇ ਦੇ ਨਾਲ ਇਸ ਕਰਕੇ ਇਹਨਾਂ ਦੇ ਕੋਲ ਜਿਹੜੀ ਭੀਖ ਮੰਗਾਈ ਜਾਂਦੀ ਸੀ। ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਜਾਂ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਕਹਿੰਦੇ, ਕਾਹਦੇ ਵਾਸਤੇ ਘਰ ਘਰ ਜਾ ਕੇ ਭਿੱਖਿਆ ਮੰਗਦਾ? ਤੂੰ ਉਹਨਾਂ ਲੋਕਾਂ ਦੇ ਬੂਹਿਆਂ ਤੇ ਅੱਗੇ ਜਾ ਕੇ ਭਿੱਖਿਆ ਮੰਗਦਾ ਹੈ ਜਿਨ੍ਹਾਂ ਨੇ ਕੁਝ ਨਾ ਕੁਝ ਤੈਨੂੰ ਖਾਣ ਨੂੰ ਦੇਣਾ ਤੇ ਤੇਰੇ ਪੇਟ 'ਚ ਪਾਣੀ ਹੈ। ਤੂੰ ਸਿੱਧਾ ਪਰਮਾਤਮਾ ਦੇ ਕੋਲੋਂ ਨਹੀਂ ਮੰਗ ਲੈਂਦਾ। ਕਿਉਂ ਨਹੀਂ ਮੰਗ ਲੈਂਦਾ? ਜਿਹੜਾ ਪਰਮਾਤਮਾ ਹੀ ਸਾਰਿਆਂ ਨੂੰ ਦਾਤਾਂ ਦੇ ਰਿਹਾ। ਇਸ ਕਰਕੇ ਇੱਥੇ ਭਗਤ ਕਬੀਰ ਸਾਹਿਬ ਕਹਿ ਲਗੇ, ਬਟੂਆ ਏਕ 72 ਆਧਾਰੀ। ਕਹਿੰਦੇ ਇਸ ਸਰੀਰ ਨੂੰ ਉਹ ਝੋਲੀ ਬਣਾ ਜਿਹਦੇ ਵਿੱਚ ਤੂੰ ਪਰਮਾਤਮਾ ਦੇ ਨਾਮ ਦੀ ਭਿੱਖਿਆ ਮੰਗ ਸਕੇ। ਤੇ ਜਿਹੜਾ ਬਟੂਆ ਹੈ ਤੇ ਉਹਨੂੰ ਪਰਮਾਤਮਾ ਦੇ ਨਾਮ ਦਾ ਬਣਾ, ਉਹਦੇ ਵਿੱਚ ਪਰਮਾਤਮਾ ਦੇ ਨਾਮ ਦੀ ਸਵਾਹ ਪਾਇਆ ਕਰ। ਆ ਬਾਹਰੀ ਸਵਾਹ ਪਾਉਣ ਦਾ ਕੋਈ ਫਾਇਦਾ ਨਹੀਂ। ਸਵਾਹ ਮੁੱਕ ਜੇਗੀ, ਫੇਰ ਲਿਆਏਗਾ, ਫੇਰ ਮੁੱਕ ਜੇਗੀ। ਲੋਕਾਂ ਕੋਲ ਹੁਣ ਠੂਠਾ ਫੜ ਕੇ ਮੰਗਿਆ, ਰੋਟੀ ਖਾ ਪੀ ਲਈ, ਸ਼ਾਮਾਂ ਨੂੰ ਫੇਰ ਜਾਏਗਾ, ਸਵੇਰ ਨੂੰ ਫੇਰ, ਇਹ ਤਾਂ ਕੰਮ ਚੱਲਦਾ ਰਹਿਣਾ। ਤੂੰ ਇਸ ਕਰਕੇ ਜੇ ਭਿੱਖਿਆ ਮੰਗਣੀ ਹੈ ਨਾ, ਤੇ ਪਰਮਾਤਮਾ ਦੇ ਦਰ ਤੋਂ ਮੰਗਿਆ ਕਰ। ਯਾਦ ਰੱਖਿਓ, ਮਸਕੀਨ ਜੀ ਬੜੀ ਸੋਹਣੀ ਗੱਲ ਕਹਿੰਦੇ ਹੁੰਦੇ ਸਨ, ਕਹਿੰਦੇ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੇ ਅੱਗੇ ਭਿਖਾਰੀ ਬਣ ਜਾਂਦਾ ਨਾ, ਉਹ ਸਾਰੀ ਦਿਹਾੜੀ ਜਿਹੜੀ ਹੈ ਰਾਜਕੁਮਾਰਾਂ ਵਾਂਗੂ ਬਾਦਸ਼ਾਹ ਦੇ ਵਾਂਗ ਕੱਢਦਾ ਹੈ। ਸਾਡੀ ਮੁਸ਼ਕਲ ਕੀ, ਅੰਮ੍ਰਿਤ ਵੇਲੇ ਅਸੀਂ ਰਜਾਈ ਲੈ ਕੇ ਸੌਂ ਜਾਂਦੇ, ਫਿਰ ਸਾਰੀ ਦਿਹਾੜੀ ਬੰਦਾ ਮੰਗਣ ਤੁਰਿਆ ਰਹਿੰਦਾ ਹੈ। ਕਦੀ ਮੈਂ ਇਹਦੇ ਕੋਲ ਪੈਸੇ ਲੈਣੇ ਨੇ, ਕਦੀ ਇਹਦੇ ਕੋਲ ਲੈਣੇ, ਕਦੀ ਮੇਰਾ ਇੱਥੇ ਕੰਮ ਬਣ ਜੇ, ਕਦੀ ਫਿਰ ਅਸੀਂ ਸਾਰੀ ਦਿਹਾੜੀ ਮੰਗਤਿਆਂ ਵਾਂਗ ਤੁਰੇ ਰਹਿੰਦੇ। ਯਾਦ ਰੱਖਿਓ, ਜਿਹੜਾ ਪਰਮਾਤਮਾ ਦੇ ਅੱਗੇ ਭਿਖਾਰੀ ਬਣ ਜਾਂਦਾ ਹੈ ਨਾ, ਅੰਮ੍ਰਿਤ ਬਾਣੀ ਕਹਿੰਦੀ ਹੈ ਕਿ ਸੰਤਾਂ ਕੇ ਕਾਰਜ ਆਪ, ਫਿਰ ਪਰਮਾਤਮਾ ਆਪ ਉਹਦੇ ਸਾਰੇ ਕੰਮ ਕਰਾਉਂਦਾ, ਵਿੱਚ ਆਪ ਖਲੋ ਕੇ। ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ ਰਾਮ। ਕਿਉਂਕਿ ਪਰਮਾਤਮਾ ਨੂੰ ਪਤਾ ਇਹਨੇ ਮੇਰੇ ਕੋਲੋਂ ਮੰਗ ਲਿਆ। ਤੁਸੀਂ ਕੋਈ ਵੀ ਦਾਤ ਮੰਗਣੀ ਹੈ ਨਾ, ਪਰਮਾਤਮਾ ਦੇ ਕੋਲੋਂ ਸਿੱਧੀ ਮੰਗ ਲਓ। ਉਹ ਪਰਮਾਤਮਾ ਕਿਸੇ ਮਨੁੱਖ ਨੂੰ ਜਰੀਆ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦੇਵੇਗਾ। ਜਰੀਆ ਮਨੁੱਖ ਹੀ ਬਣੇਗਾ, ਪਰ ਤੁਹਾਨੂੰ ਉਸ ਮਨੁੱਖ ਦੇ ਤਰਲੇ ਨਹੀਂ ਮਾਰਨੇ ਪੈਣੇ। ਇੱਕ ਕੰਮ ਤਾਂ ਇਹ ਹੈ ਵੀ ਮੰਨ ਲਓ ਮੰਗਣਾ ਤਰੀਕਾ ਤੇ ਬੰਦੇ ਦੇ ਕੋਲੋਂ ਹੀ ਮਿਲਣਾ ਨਾ ਸਾਨੂੰ, ਪਰ ਅਸੀਂ ਇੱਕ ਪਾਸੇ ਮਨੁੱਖ ਦੇ ਤਰਲੇ ਮਾਰਦੇ ਹਾਂ। ਉਹ ਸਾਡੇ ਤਰਲਿਆਂ ਦੇ ਉੱਤੇ ਪਤਾ ਨਹੀਂ ਕਿਤੇ ਉਹ ਦਇਆ ਕਰਕੇ ਸਾਡੇ ਤੇ ਸਾਡਾ ਕੰਮ ਕਰਦਾ ਹੈ। ਇੱਕ ਅਸੀਂ ਤਰਲਾ ਪਰਮਾਤਮਾ ਦਾ ਕਰਦੇ ਹਾਂ, ਤੇ ਪਰਮਾਤਮਾ ਉਹਨਾਂ ਹੀ ਪਿਆਰਿਆਂ ਦੇ ਨਾਲ ਮਿਲਾਪ ਕਰਾਉਂਦਾ ਹੈ ਜਿਨ੍ਹਾਂ ਨੇ ਸਾਡਾ ਕੰਮ ਬਣਾ ਦੇਣਾ ਹੈ। ਤਾਈਓ ਅਰਦਾਸ 'ਚ ਸ਼ਾਇਦ ਇਹ ਚੀਜ਼ ਮੰਗੀ ਸੀ ਕਿ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ
ਨਾਮ ਚਿੱਤੇ ਆਵੇ ਉਹਨਾਂ ਨੂੰ ਮਿਲਾਵੀਂ ਜਿਨ੍ਹਾਂ ਦੇ ਨਾਲ ਤੇਰੇ ਘਰ ਦੀ ਗੱਲ ਕੀਤੀ ਜਾਵੇ। ਇਹ ਨਾ ਹੋਵੇ ਮੈਂ ਉਹਨਾਂ ਦੇ ਤਰਲੇ ਕੱਢਦਾ ਫਿਰਾਂ। ਇੱਥੇ ਭਗਤ ਕਬੀਰ ਸਾਹਿਬ ਕਹਿ ਲਗੇ ਬਟੂਆ ਏਕ 72 ਆਧਾਰੀ, ਕਹਿੰਦੇ ਇੱਕ ਜਿਹੜਾ ਤੇਰਾ ਪ੍ਰਮਾਤਮਾ ਦੇ ਨਾਮ ਦਾ ਬਟੂਆ ਬਣ ਜਾਵੇ ਤੇ ਇਹ 72 ਨਾੜੀਆਂ ਵਾਲਾ ਜਿਹੜਾ ਸਰੀਰ ਹੈ ਇਹ ਉਹ ਝੋਲੀ ਬਣ ਜਾਵੇ ਜਿਹਦੇ ਵਿੱਚ ਭਿੱਖਿਆ ਪਾਉਣੀ ਹੈ। ਏਕੋ ਜਿਸੈ ਦੁਆਰਾ, ਕਹਿੰਦੇ ਇੱਕੋ ਦੁਆਰ ਹੈ, ਉਹ ਦਸਮ ਦੁਆਰ ਹੈ ਜਿਹਦੇ ਨਾਲ ਤੂੰ ਪ੍ਰਮਾਤਮਾ ਦੇ ਨਾਲ ਆਪਣੀ ਸੁਰਤ ਜੋੜਨੀ ਹੈ। ਕੋਈ ਹੋਰ ਤਰੀਕਾ ਹੋਰ ਰਾਹ ਨਹੀਂ, ਤੂੰ ਪ੍ਰਮਾਤਮਾ ਦੇ ਨਾਲ ਸੁਰਤ ਜੋੜਨੀ ਹੈ। ਸੁਰਤ ਪ੍ਰਮਾਤਮਾ ਦੇ ਨਾਲ ਹੀ ਜੋੜਨੀ ਹੈ, ਪਰ ਉਹ ਸੁਰਤ ਇਸ ਸਰੀਰ ਦੇ ਵਿੱਚੋਂ ਜੁੜਨੀ ਹੈ। ਸਰੀਰ ਕਿਉਂਕਿ ਸਰੀਰ ਦਾ ਹੋਵੇਗਾ ਤੇ ਅਸੀਂ ਪ੍ਰਮਾਤਮਾ ਦੇ ਨਾਲ ਜੁੜ ਸਕਦੇ, ਸਰੀਰ ਤੋਂ ਬਿਨਾਂ ਨਹੀਂ। ਹਾਂ, ਜਿਸ ਦਿਨ ਪ੍ਰਮਾਤਮਾ ਦੇ ਨਾਲ ਜੁੜ ਗਏ ਉਸ ਦਿਨ ਸਰੀਰ ਦੀ ਕੋਈ ਵੈਲਿਊ ਨਹੀਂ, ਫਿਰ ਸਰੀਰ ਇੱਥੇ ਰਹਿ ਜਾਂਦਾ, ਆਤਮਾ ਪ੍ਰਮਾਤਮਾ 'ਚ ਅਭੇਦ ਹੋ ਜਾਂਦੀ ਹੈ। ਬਟੂਆ ਏਕ 72 ਆਧਾਰੀ, ਏਕੋ ਜਿਸੈ ਆਧਾਰਾ। ਅੱਗੇ ਕਹਿ ਲਗੇ ਨਵੇਂ ਖੰਡ ਕੀ ਪ੍ਰਿਥਵੀ ਮੰਗੈ, ਸੋ ਜੋਗੀ ਜਗ ਸਾਰਾ। ਨਵੇਂ ਖੰਡ ਦਾ ਅਰਥ 9 ਖੰਡ, ਵੱਡੇ ਟੁਕੜੇ। ਧਰਤੀ ਨੂੰ 9 ਖੰਡਾਂ ਦੇ ਵਿੱਚ ਜਿਹੜਾ ਉਹ ਮੰਨਿਆ ਗਿਆ ਵਿਦਵਾਨਾਂ ਵੱਲੋਂ, ਪਰ ਇੱਥੇ 9 ਖੰਡ ਦਾ ਅਰਥ ਕਰਾਂਗੇ 9 ਦੁਆਰ। ਸਾਡੇ ਸਰੀਰ ਦੇ 9 ਦੁਆਰੇ ਨੇ ਨਾ। ਭਗਤ ਕਬੀਰ ਸਾਹਿਬ ਕਹਿਣ ਲੱਗੇ ਪ੍ਰਿਥਵੀ ਦਾ ਅਰਥ ਹੈ ਧਰਤੀ, ਇੱਥੇ ਭਾਵ ਅਰਥ ਕਰਾਂਗੇ ਸਰੀਰ। ਕਹਿੰਦੇ ਤੂੰ 9 ਖੰਡ ਪ੍ਰਿਥਵੀ ਦੇ ਉੱਤੇ ਰਹਿਣਾ, ਕਦੀ ਇਸ ਟੁਕੜੇ 'ਚ ਮੰਗਣ ਗਿਆ, ਕਦੀ ਇਸ ਟੁਕੜੇ 'ਚ ਮੰਗਣ ਗਿਆ, ਤੇ ਤੂੰ ਆਪਣੇ ਸਰੀਰ ਨੂੰ ਜਿਹਨੂੰ 9 ਗੋਲਕਾਂ ਲੱਗੀਆਂ ਹੋਈਆਂ ਨੇ, ਜਿਹਨੂੰ 9 ਦੁਆਰੇ ਨੇ, ਇਹਨੂੰ ਕਿਉਂ ਨਹੀਂ ਧਰਤੀ ਬਣਾ ਕੇ ਤੇ ਪ੍ਰਮਾਤਮਾ ਦੇ ਦਰ ਤੋਂ ਭਿੱਖਿਆ ਮੰਗ ਲੈਂਦਾ। ਸੰਸਾਰ 'ਚ ਬਾਹਰ ਜੋ ਫਿਰਦਾ ਰਹਿਣਾ ਹੈ ਤੇ ਘਰੇ ਚੌਂਕੜਾ ਲਾ ਕੇ ਕਿਉਂ ਨਹੀਂ ਪ੍ਰਮਾਤਮਾ ਦਾ ਨਾਮ ਜਪ ਲੈਂਦਾ। ਕਹਿ ਲਗੇ ਨਵੇਂ ਖੰਡ ਕੀ, ਕਹਿੰਦੇ ਜਿਹੜੇ 9 ਖੰਡ ਨੇ ਭਾਵ 9 ਤੇਰੇ ਸਰੀਰ ਨੂੰ ਗੋਲਕਾਂ ਨੇ। ਪ੍ਰਿਥਵੀ ਮੰਗ ਹੈ, ਇਸ ਸਰੀਰ ਨੂੰ ਹੀ ਆਪਣੇ 9 ਖੰਡ ਦੀ ਧਰਤੀ ਬਣਾ, ਇਹਦੇ ਵਿੱਚ ਰਹਿ ਕੇ ਹੀ ਤੂੰ ਪ੍ਰਮਾਤਮਾ ਦੇ ਘਰ ਦੀ ਦਾਤ, ਉਹਦੇ ਸ਼ਬਦ ਨੂੰ, ਉਹਦੇ ਕੋਲੋਂ ਭਿੱਖਿਆ ਮੰਗ। ਸੋ ਜੋਗੀ ਜਗ ਸਾਰਾ। ਸਾਰਾ ਦਾ ਅਰਥ ਕਰਾਂਗੇ ਸ੍ਰੇਸ਼ਟ। ਸਾਰੇ ਦੇ ਅਰਥ ਬੜੇ ਨੇ ਬਾਣੀ ਦੇ ਵਿੱਚ, ਪਰ ਇੱਥੇ ਸ੍ਰੇਸ਼ਟ, ਚੰਗਾ, ਉੱਤਮ। ਕਹਿੰਦੇ ਉਹਨੂੰ ਅਸੀਂ ਚੰਗਾ ਜੋਗੀ ਸਮਝਦੇ ਹਾਂ। ਉਹ ਅਸਲੀ ਜੋਗੀ ਹੈ ਜਿਹੜਾ ਸਰੀਰ ਦੇ ਵਿੱਚ ਰਹਿ ਕੇ ਪ੍ਰਮਾਤਮਾ ਦੇ ਕੋਲੋਂ ਭਿੱਖਿਆ, ਨਾਮ ਦੀ ਭਿੱਖਿਆ, ਉਹਦੀ ਬੰਦਗੀ ਦੀ ਜਿਹੜੀ ਜਾਚਨਾ ਕਰਦਾ, ਉਹਨੂੰ ਮੰਗਦਾ ਹੈ। ਅੱਗੇ ਕਬੀਰ ਸਾਹਿਬ ਕਹਿ ਲਗੇ ਐਸਾ ਜੋਗੀ 9 ਨੇ ਦਪਾਵੇ। ਕਹਿੰਦੇ ਇਹੋ ਜਿਹਾ ਜੋਗੀ ਜਿਹੜਾ ਪ੍ਰਮਾਤਮਾ ਦੇ ਨਾਮ ਨੂੰ, ਖਜ਼ਾਨੇ ਨੂੰ ਪ੍ਰਾਪਤ ਕਰ ਲੈਂਦਾ। ਤਲ ਕਾ ਬ੍ਰਹਮ ਲੈ ਗਗਨ ਚੜਾਵੈ, ਕਹਿੰਦੇ ਉਹ ਆਪਣੀ ਆਤਮਾ ਨੂੰ ਮਾਇਆ ਤੋਂ ਤਾਂ ਖਿੱਚ ਕੇ ਨਾ ਉਹ ਫਿਰ ਪ੍ਰਮਾਤਮਾ ਦੇ ਨਾਲ ਜੋੜ ਲੈਂਦਾ ਹੈ। ਚਲੋ ਇਹ ਆਪਾਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਇਹ ਕੰਮ ਬੜਾ ਔਖਾ ਹੈ। ਜੇ ਤੁਸੀਂ ਆਖੋ ਨਾ ਕਿ ਪ੍ਰਮਾਤਮਾ ਵਾਲੇ ਪਾਸੇ ਲਾਉਣਾ ਹੈ, ਤੇ ਜਿਸ ਦਿਨ ਲੱਗ ਗਿਆ ਇਹਦੇ ਤੋਂ ਫਿਰ ਸੌਖਾ ਕੰਮ ਕੋਈ ਨਹੀਂ। ਕਿਸੇ ਨੂੰ ਨਾ ਬੁੱਲੇ ਸ਼ਾਹ ਨੇ ਪੁੱਛਿਆ ਸੀ ਕਿ ਬੁੱਲੇ ਨੂੰ ਪੁੱਛਿਆ ਕਿ ਰੱਬ ਨੂੰ ਕਿਵੇਂ ਪ੍ਰਾਪਤ ਕੀਤਾ ਜਾਂਦਾ, ਤੇ ਆਹ ਦਿਨ ਚੱਲ ਰਹੇ ਸਨ ਝੋਨੇ ਦੇ, ਤੇ ਝੋਨੇ ਦਾ ਤੁਹਾਨੂੰ ਪਤਾ ਪਹਿਲਾਂ ਪਨੀਰੀ ਬੀਜੀ ਜਾਂਦੀ ਹੈ, ਫਿਰ ਪਨੀਰੀ ਪੁੱਟ ਕੇ ਕੱਦੂ ਦੇ ਵਿੱਚ ਜਾ ਕੇ ਲਾਇਆ ਜਾਂਦਾ ਪੈਲੀ 'ਚ। ਬੁੱਲਾ ਸ਼ਾਹ ਪਨੀਰੀ ਪੁੱਟ ਰਿਹਾ ਸੀ, ਕਹਿਣ ਲੱਗੇ ਬੁੱਲਾ ਸ਼ਾਹ ਜੀ ਤੁਸੀਂ ਬੜੇ ਪਹੁੰਚੇ ਹੋਏ ਜੇ, ਤੇ ਰੱਬ ਨੂੰ ਮਿਲਣ ਦੀ ਕੋਈ ਗੱਲ ਸੁਣਾ ਦਿਓ। ਉਹਨੇ ਬੜੀ ਸੋਹਣੀ ਇੱਕੇ ਲਾਈਨ ਦੇ ਵਿੱਚ ਗੱਲ ਮੁਕਾ ਦਿੱਤੀ। ਕਹਿਣ ਲੱਗੇ ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਇੱਧਰ ਲਾਉਣਾ। ਕਹਿੰਦੇ ਜਿਵੇਂ ਆਹ ਪਨੀਰੀ ਇੱਥੋਂ ਪੁੱਟ ਕੇ ਤੇ ਮੈਂ ਕੱਦੂ 'ਚ ਜਾ ਕੇ ਲਾ ਦੇਣੀ ਹੈ ਨਾ, ਇਸੇ ਤਰੀਕੇ ਦੇ ਨਾਲ ਆਪਣੇ ਮਨ ਨੂੰ ਸੰਸਾਰਿਕ ਮੋਹ ਮਮਤਾ ਤੋਂ ਪੁੱਟ ਕੇ ਪ੍ਰਮਾਤਮਾ ਵਾਲੇ ਪਾਸੇ ਲਾ ਦੇ। ਪਰ ਇਹੀਓ ਹੀ ਬੜਾ ਕੰਮ ਔਖਾ ਜੇ, ਕਿਉਂਕਿ ਸਾਡੀ ਬਿਰਤੀ ਹੀ ਸੰਸਾਰ ਤੋਂ ਪੁੱਟੀ ਨਹੀਂ ਜਾਂਦੀ। ਜਿਸ ਦਿਨ ਸੰਸਾਰ ਤੋਂ ਬਿਰਤੀ ਪੁੱਟੀ ਗਈ ਉਸ ਦਿਨ ਪ੍ਰਮਾਤਮਾ ਦੇ ਨਾਲ ਹੀ ਜਿਹੜੀ ਆਪਣੇ ਆਪ ਹੀ ਜੁੜ ਜਾਣੀ ਹੈ। ਅਸੀਂ ਪਹਿਲਾਂ ਸੰਸਾਰ ਦੇ ਨਾਲ ਇੰਨੇ ਕੁ ਜ਼ਿਆਦਾ ਜੁੜੇ ਹੋਏ ਹਾਂ ਕਿ ਸੰਸਾਰ ਦੇ ਨਾਲ ਬਿਰਤੀ ਤੋੜਨ ਦੀ ਸਾਨੂੰ ਜੁਗਤ ਨਹੀਂ ਮਿਲਦੀ। ਮੈਂ ਤਾਂ ਬੜੀ ਵਾਰੀ ਕਹਿੰਦਾ ਹੁੰਦਾ ਤੁਸੀਂ ਕੋਈ ਜੁਗਤ ਨਾ ਸਿੱਖੋ। ਜੋਗੀ ਜਿਹੜੇ ਸਨ ਨਾ ਉਹ ਜੁਗਤਾਂ ਸਿੱਖਦੇ ਹੁੰਦੇ ਸਨ। ਉਹਨਾਂ ਨੇ ਹਰੇਕ ਕੰਮ ਦੀ ਸੁਰਤ ਨੂੰ ਜੋੜਨ ਦੀ ਜੁਗਤ ਸੁਣਨ ਸਿੱਖਣੀ, ਇਹ ਮਾਇਆ ਤੋਂ ਨਿਰਲੇਪ ਹੋਣ ਦੀ ਜੁਗਤ ਸਿੱਖਣੀ, ਹਰੇਕ ਇਹ ਜੁਗਤਾਂ ਸਿੱਖੀਆਂ ਜਾਂਦੀਆਂ ਸਨ। ਜਿਵੇਂ ਮੈਂ ਕਿਹਾ ਵੀ ਉਹ ਭਾਂਡਾ ਤਾਂ ਦਿੱਤਾ ਜਾਂਦਾ, ਸਵਾਹ ਤਾਂ ਮਲੀ ਜਾਂਦੀ ਹੈ। ਸਾਡੇ ਵਾਸਤੇ ਸਭ ਤੋਂ ਸੌਖਾ ਕੰਮ ਹੈ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ। ਬਾਣੀ ਦੇ ਵਿੱਚੋਂ ਹੀ ਤੁਹਾਨੂੰ ਸਾਰਾ ਗਿਆਨ ਮਿਲ ਜਾਏਗਾ। ਇੰਨੀ ਤਾਂ ਇੱਕ ਦਿਨ ਬਾਣੀ ਦੀ ਕਿਰਪਾ ਵਰਤਦੀ ਹੈ, ਤੁਹਾਨੂੰ ਸੰਸਾਰ ਦਾ ਜਿਸ ਵੇਲੇ ਗਿਆਨ ਹੋ ਗਿਆ ਆਪਣੇ ਆਪ ਹੀ ਬਿਰਤੀ ਟੁੱਟ ਕੇ ਤੇ ਪ੍ਰਮਾਤਮਾ ਦੇ ਨਾਲ ਜੁੜ ਜਾਂਦੀ ਹੈ। ਇਹ ਸਭ ਤੋਂ ਸੌਖਾ ਤਰੀਕਾ ਜਿਹੜਾ ਸਿੱਖਾਂ ਦੇ ਕੋਲ ਉਹ ਬਾਣੀ ਪੜ੍ਹਨ ਦਾ ਹੈ। ਸਭ ਤੋਂ ਵਧੀਆ ਤਰੀਕਾ ਜਿਹੜਾ ਉਹ ਪ੍ਰਮਾਤਮਾ ਦੇ ਨਾਲ ਜੁੜਨ ਦਾ ਸਾਡੇ ਕੋਲ ਹੈ। ਬਾਕੀ ਧਰਮਾਂ ਦੇ ਬੜੇ ਬੜੇ ਔਖੇ ਕੰਮ ਨੇ, ਜਿਵੇਂ ਆਪਾਂ ਕੱਲ੍ਹ ਜੈਨੀਆਂ ਦਾ ਜ਼ਿਕਰ ਕੀਤਾ ਸੀ। ਸੋ ਇਸ ਕਰਕੇ ਇੱਥੇ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਨੇ ਕਿ ਤਲ ਕਾ ਬ੍ਰਹਮਲੇ ਗਗਨ ਚੜਾਵੈ, ਕਹਿੰਦੇ ਆਪਣੀ ਆਤਮਾ ਨੂੰ ਸੰਸਾਰ ਤੋਂ ਚੁੱਕ ਕੇ, ਮਾਇਆ ਤੋਂ ਚੁੱਕ ਕੇ, ਉਸ ਮਾਇਆ ਦੇ ਨਾਲ, ਸੰਸਾਰ ਤੋਂ ਚੁੱਕ ਕੇ ਉਸ ਨਿਰੰਕਾਰ ਦੇ ਨਾਲ ਜੇ ਤੂੰ ਜੋੜ ਲੈਣਾ ਹੈ ਤੇ ਤੇਰੇ ਨਾਲ ਦਾ ਜੋਗੀ ਕੋਈ ਨਹੀਂ ਰਹਾਓ। ਅੱਗੇ ਕਹਿ ਲਗੇ ਖਿੰਥਾ ਗਿਆਨ ਧਿਆਨ ਕਰ ਸੂਈ, ਸ਼ਬਦ ਧਾਗਾ ਮੱਥ ਘਾਲੈ। ਖਿੰਥਾ ਕਹਿੰਦੇ ਨੇ ਇੱਕ ਗੋਦੜੀ ਨੂੰ, ਤੇ ਇਹਨੂੰ ਨਗੰਦਿਆ ਜਾਂਦਾ ਹੈ। ਗੋਦੜੀ ਕਹਿ ਦਈਏ ਕਫਨੀ, ਜੇ ਸਰੀਰ ਦੇ ਉੱਤੇ ਪਾਉਣ ਵਾਸਤੇ, ਧਾਰਨ ਕਰਨ ਵਾਸਤੇ ਇਹ ਬਹੁਤੇ ਕੱਪੜੇ ਨਹੀਂ ਪਾਉਂਦੇ ਜੋਗੀ।
ये गोदड़ी धारण करते हैं। हुण कबीर साहब कहते जिहड़ी गोदड़ी बनाउणी है ना, उन्होंने नगंदना तो पैना है, उन्होंने टांके तो लाने पैने ना। कहते तू एक काम करी कि ध्यान कर सूई, ये इहो अर्थ करांगे, परमात्मा के चरणों के विच अपने ध्यान नूं सूई बनावी। तो जो सूई आ गई और धागा तो पाउणा ही पैना ना। सूई का काम है विनना, सीना तो धागे ने ना मगर। फिर धागा किनू करना है, कहते शब्द कर धागा, शब्द धागा, शब्द का धागा बना, मथ घल है। मथ का अर्थ है वट चाढ़ना। हुण जो आप सूई च धागा पाउने हैं ना, तो कई बार वट चाढ़ना पैंदा, कई बार थुक ला के उन्होंने पाउणा पैंदा है, क्योंकि अगों धागे दे रेशे जो निकल आउंदे, सूई दे विच धागा नहीं पैंदा। कबीर साहब कहन लगे उन्होंने धागे नूं वट जिहड़ा है ना, मथ घल है, घाले का अर्थ है पाउणा, वट चाढ़ के शब्द का उन्होंने इदां करी, शब्द का धागा लै, उन्होंने वट चाढ़, भाव अभ्यास करके ते सूई दे विच पा दे। फिर इनू मैं थोड़ा जिहा समझा देवां। ध्यान कर सूई, सूई जिहड़ा सूई का काम हुंदा जी विनना, इनू थोड़ा जिहा समझिओ। मान लो आपां कोई सूई दे नाल बटन नहीं लाउणा, कोई काम करना है, लाउणा धागे ने है, पर जरिया जिहड़ा सूई बनदी है। सूई ना होई तो धागा काम नहीं कर सकता कोई, गंढ ते मारनो रहे ना, धागा बड़ा हल्का जिहा हुंदा है। इस करके जे ध्यान ना लगा तो परमात्मा के चरणों च नहीं जुड़ सकते। पर कला ध्यान कुछ नहीं करना, कली सूई की करेगी, सूई नगाई जाओ, पिछों निकलती आएगी खाली का खाली, मगर धागा चाहिए। जे तू ध्यान जोड़िया तो ध्यान शब्द के राही जोड़ना है, शब्द ने तेरे जीवन हौली हौली सींदे जाना है। भला तेरा शब्द ने करना है, पर तेनू अपने आप को ध्यान दे विच टिकाउणा पैना, एकागर करना पैना है। ये ना हो ध्यान तेरा किसी पासे ना हो, तो तू जपजी साहब पढ़दा होवे, तू सुखमनी साहब पढ़दा होवे, तू अमृत बाणी पढ़दा होवे, बाणी तू पढ़ी जा रहा, धागा तेरे कोल है पर सूई नहीं हैगी, तो ध्यान तो बिना तो वो सीता नहीं ना जाना। फिर जिन्ना चिर ध्यान नहीं उन्ना चिर बाणी पढ़े का कोई लाभ नहीं। इत्थों तक तुसी कोई भी कर्म करते ना जीवन के उस ध्यान बड़ा मायने रखता जी। मनुख प्रशादा छकदा है ना, हुण तो चलो सानू ये पता नहीं किन्नियां क बीमारियां जुड़ गई, असीं रोटी भी टीवी अगे बह के खाने। पुराने समय की हुंदा सी, मैं एक दिन सुन रहा था, जो असीं चौंकड़ा ला के प्रशादा छकदे हैं ना, ये असल दे विच एक चंगा वर्क सी साडा फिजिकल, प्रशादा सीधा अपने टिकाने ते जांदा सी। हुण ते कुर्सियां ते बह के, ये तो बीमारियां दा घर है, खड़े होकर रोटी खानी जां बह के। चलो आप इस पासे नूं नहीं जाना। कुछ चीज़ां साडियां जिहड़े पुराने जिहड़े बजुर्ग सन उन्होंने तत्त कढे, वो कारण सन उन्हां दे। अज भी गुरु घर की मर्यादा सी कि प्रशादा पंगत दे विच छकाया जाए, पर पंगा तो सारिਆਂ ਦੇ गोडियां दे थल्ले बह के राजी कोई नहीं। सारे कहते सानू लंगर हाल च भी कुर्सियां चाहिए, तो गुरुद्वारे च भी कुर्सियां चाहिए। ये मुश्किल है ना, पर एक दिन तुहानू ये साइंस दीयां गल्लां घुम के जो भज गए ना तुसी सारे पासे सैंदे, फिर तुहानू वापस आण के ये बहना ही पवेगा कि प्रशादा एकागर दे नाल छकिया जाना। मैं जिहड़ी गल कहनी चाहुंदा, तुसी कुर्सी ते बह के डाइनिंग टेबल ते बैठ के प्रशादा छक जांदे, दे सामने टीवी लगा होया है, 4 रोटियां खा जाओ, तुहानू स्वाद नहीं पता लगना, तो ना ही चंगी तरह भुख मिटदी है, क्योंकि प्रशादा भी एकाग्रता मंगदा जी। हरेक कोई भी तुसी काम करते जे ना, वो हरेक काम एकाग्रता मंगदा। इत्थों तक तुहाडे तन नूं कोई फट भी लग जाए, जे फट लगे तो तुहाडा ध्यान नहीं, उत्ते भी दर्द नहीं हुंदी, उहदे वास्ते भी एकाग्रता चाहिदी है। जे किते सट लग गई, ध्यान नहीं ना गया, कई बारी पता नहीं लगता किधरों खून निकले, पर समझ नहीं आ रही, तो जिन्ना चिर ध्यान नहीं उहदी दर्द नहीं होनी। ध्यान हर पासे काम करदा, सूई होवेगी तो कपड़ा सीता जाना है, ध्यान होवेगा तो शब्द का अभ्यास किया जाना है। हुण इत्थे पाउणी ते जोगी ने गोदड़ी है, गोदड़ी नूं सीना पैना सूई धागे दे नाल। कहंदे जिहड़ी सूई है वो ध्यान दी बना, ते कल्ला ये ना होवे तू ध्यान ला के बैठा रवें। कई चलो साडे हुण च भी हुण बड़ी योग मत आउंदी जांदी है, पता नहीं कित्थों सिੱਖਦੇ ਜਾਂਦੇ असीं। ध्यान ठीक है, तू चौंकड़ा मार के बैठ गया, पर ध्यान इत्थे जाके इकट्ठा कर लिया। जो असीं इत्थे इकट्ठा करते हैं ना ध्यान, तुसीं अखां दा ध्यान इत्थे ला जाओ, वो सिर दर्द होण लग पैंदी है। ये सिੱਖ ने कर्म नहीं करना, उन्हें की करना कि एकागर हो के ना, एकागर का मतलब है तेरे कान बंद हो जान, नासका श्वास ये एक थां ते रुक जान, तू सिर्फ सीधे दा सीधा बाणी पढ़न लग पे, तेनों आसे पासे का पता ना लगे। इनू मैं होर सौखा कर देना। असीं फिल्म वेखने ना, कोई टीवी वेखने, कोई नाटक सीरीयल वेखने आ, उदों पूरा साडा ध्यान हुंदा है, लागे भावें गोली चल जाए बंदा, कई कई इन्ने क जागदे एकागर हुंदे ने, इधर उधर नहीं हुंदे। ते मैं कई मैच देखदे वेखे ने, क्रिकेट आउंदी है, कईयां नूं बड़ा शौक हुंदा टीवी अगे, इन्ने क एकागर हुंदे ने कि अंपेयर बाद च दसदा है भी ये किन्ने स्कोर बने ने, बैठा सामने पहलां दसी जांदा कि इन्ने स्कोर हो गए ने, क्योंकि ध्यान है। जिद्दां तेरा टीवी 'च ध्यान है ना, फिल्म वेखण लगे, नाटक वेखण लगे, इदां तू बाणी दे विच ध्यान जोड़ ला, तेरी सुरत परमात्मा दे नाल जुड़ जाएगी। बहुता कोई वड्डा औखा काम नहीं है।
सतगुरु इत्थे भगत कबीर साहब कह गए ध्यान कर सूई, ध्यान दी सूई बना, शब्द धागा मत घालै। ते शब्द नूं जिहड़ा वट चाड़ के मेहनत दे नाल सवासां दा वट चाड़ के उस ध्यान दी सूई दे विच पावीं। उहदे नाल की होवेगा जी, खिंथा ज्ञान, ज्ञान दी गोदड़ी तैयार हो जाएगी। ये पूरी पंक्ति है जी, खिंथा ज्ञान, ध्यान कर सूई, शब्द धागा मत घालै। ये मैं 98 अर्थ किए। 98 का अर्थ होंदा पुठे अर्थ, पिछों पंक्ति तो आप अर्थ शुरू किए सी तां जो गल स्पष्ट हो जाए। अपने ध्यान ज्ञान की जिहड़ी गोदड़ी बनाउणी है, भाव जिहड़ी तू गोदड़ी पाउणी है, गोदड़ी का काम की है, शरीर नूं निघ देना, शरीर नूं ढकना। जे ज्ञान होवेगा तो तू अपनी आत्मा ढक सकदा है। आसी कपड़े पाए ने काहदे वास्ते पाए ने, शरीर ढकिया जाए तां पाए ने ना। जे ज्ञान होवेगा तो तेरी आत्मा ढकी जाएगी। खिंथा ज्ञान, ध्यान कर सोई, शब्द धागा मत घालै, पंच तत्त की कर मिरगाणी। मिरग का अर्थ होंदा हिरन, मिरगाणी का अर्थ होंदा मिरगशाला। शाला कहंदे ने उहदी खल नूं। हुण कि जोगी की करदे ने कि जोगी मिरगशाला दे उत्ते चौंकड़ा लाउंदे ने, हिरन मार के ना, हिरन की खल ला के ते उहनूं जमीन ते विछा के उहदे ते उत्ते बैठ के बंदगी करते हैं। कुछ जिहड़े संत ने वो शेर की खल दे बह के बंदगी करते हैं। ये चलो उन्हां दा मत है, साडा इहदे नाल कोई संबंध नहीं। हुण इत्थे भगत कबीर साहब कहंदे हिरन मारेगा, उहदी खल ला के लियाएगा, कहंदे अपने शरीर के मोह नूं मार दे। जिवें हिरन बड़ा चंचल है, टिकन नहीं ना दिंदा, सानूं मोह भी नहीं टिकन दिंदा। कदी किसे नाल मोह पै जांदा, कदी किसे नाल मोह इन्ना क भैड़ा जे ना, जिहदे नाल मोह पै जांदा बंदे नूं उहिओ कुछ दीदा, मगर दीदा ही कख नहीं है। ये मैं पिछले दिनों के भी चलो आपां ये गल्लां साझीआं कीतियां, हुण अपने को बहुता समा नहीं। इत्थे कबीर साहब जी कह रहे हैं, कह लगे पंच तत्त की, जिहड़े पंज तत्तां दा शरीर है ना, कर मिरगाणी। अपने पंजां तत्तां दे शरीर का जिहड़ा मोह है ना, इनू पैरां हेठ लतेड़ दे, लताड़ दे चंगी तरह। जिवें मिरगशाला नूं भुंजे विछाया जांदा, उत्ते पैर चाढ़े जांदे ने, भाव उत्ते बैठदा है ना, इस तरीके दे शरीर नाल शरीर दे मोह नूं पैरां हेठ लताड़ के इहदे ते आसन ला ते करी की गुर कै मार्ग चालै। इस शरीर के मोह नूं साड़ के परमात्मा के घर का नाम जपी। चलना किवें, गुरु की चाल दे नाल, गुरु की सिक्ख्या लैके तू हुण शब्द का अभ्यास कर, संसार का मोह छाड़ दे, संसार के मोह नूं खत्म कर दे, इनू अग ला के सुआह बना के सुट दे ते गुरु गुर कै मार्ग चालै। जिस दिन मोह सड़ गया, मोह तो बाद जो असीं परमात्मा की बंदगी करते हैं तां परमात्मा के नाल प्रेम पैदा होना है। साडे कोल एक कोई भी कर्म असीं करते हैं ना, एक पासों थोड़ा टुटांगे तो दूजे पासे तां जुड़िया जाता है। मान लो तुसीं किसी चीज़ के नाल अटैच जे, जिन्ना चिर वो तो डिटैचमेंट नहीं हुंदा ना, उन्ना चिर दूसरे पासे अटैच नहीं होया जा सकता। किसी नाल उन्ना चिर नहीं जुड़ सकते जिन्ना चिर एक पासे तुसीं टुटदे नहीं। जो संसार दे नाल टुटोगे तां निरंकार दे नाल जुड़ोगे। पर साडी सुरत दे जे घर दे विच है, साडी सुरत ते माया दे विच है, साडी सुरत तां परिवार दे विच है, साडी सुरत तां संसार दे विच खचे, तां रब दे नाल किहड़े वेले जुड़ांगे। कबीर साहब कहन लगे तू इस शरीर का मोह साड़ दे, मोह नूं पैरां थल्ले लताड़ के इहदी मृगशाला बना ते उहदे उत्ते बैठ के। ये ना होवे कल्ला, हुण कई लोग मोह साड़ दिंदे ने, कई विचारे जो टुट जाते हैं ना, संसार वालों घर दे ने ना सांभिया, बाहर दे ने ना सांभिया, टुट गया, रोन हाका हो गया, कहंदा मेरा मोह टुट गया, वो फिर उदास बन के जां ते कोई नशे वाल लग जाता, जां कोई सुसाइड कर लैंदा। जो तू संसार वालों टुट गया, बड़ी चंगी गल है, उदों गुरु के शब्द के नाल जुड़ जा, उस वेले ही तेरी सुरत परमात्मा के नाल जुड़नी बड़ी सौखी हो जाएगी। पर साडा कई बारी बच्चों को सही गाइड नहीं किया जाता, वो टुटते तो है ने, जो किसी का दिल टुटदा, कोई गड़बड़ होंदी है जीवन के विच, वो की करते हैं, इधरों टुटे संसार वालों तो जाके किसी ने दवाई खा ली, किसी ने फाह लै लिया। ये मसा अद्धा तो तेरा काम बनया सी, तू उदों ही बाणी पढ़नी शुरू कर दे। मैं इहो जे 2-4 मेरे मित्र है, मैं वेखे वो जो संसार के नालों टुटे, गुरु के नाल जुड़ गए, गुरु के नाल इन्ने क जुड़ गए, संसार की लोड़ ही कोई नहीं पई। सो कबीर साहब जी इत्थे समझा रहे हैं, कह लगे पंच तत्त की कर मिरगाणी, गुर कै मार्ग चाले। संसार दे नाल टुट के ना उहदी मृगशाला बना के तो गुरु के शब्द नूं आधार बना के उहदे मुताबक चल। अगे कह लगे दया फुहारी काया कर धुई, दृष्ट की अगन जलावै। ये भी अनवय अर्थ होणगे। हुण जोगी की करदा है कि धूणी लाउंदा है, अग बालदा है, तो वह धूणी ला के दे बाद दे विच स्वाह इकट्ठी करके तन ते मलदा। चलो इस तरीके नाल वह अपनी बंदगी करदा है। कबीर साहब कहंदे जिहड़ी तू अग बालनी है ना, वह ब्रह्म दृष्ट दी बाल। ब्रह्म दृष्टि का अर्थ होंदा तू सारिਆਂ ਨੂੰ ईक्वल, सारिਆਂ ਨੂੰ बराबर समझ। ये इउं अर्थ करांगे ब्रह्म की अगन जलावै। कहंदे वो अग बाल जिहड़े ब्रह्म की अगन होवे। ब्रह्म की अगन का अर्थ मैं कीता सारे पासे परमात्मा नज़र आवे, जिन्होंने सतगुरु कहंदे ने सब मैं जोत जोत है सोए।
ਤਿਸਦਾ ਚੰਨ ਸਾਮੈ ਚੰਨ। ਜਦੋਂ ਤੈਨੂੰ ਸਾਰੇ ਪਾਸੇ ਇੱਕੋ ਜਿਹਾ ਨਜ਼ਰ ਆਉਣ ਲੱਗ ਪਿਆ ਨਾ, ਇਹਦਾ ਮਤਲਬ ਤੇਰੇ ਅੰਦਰ ਬ੍ਰਹਮ ਦੀ ਅਗਨ ਜਿਹੜੀ ਬਲ ਚੁੱਕੀ ਹੈ। ਦ੍ਰਿਸ਼ਟ ਕੀ ਅਗਨ ਜਲਾਵੇ। ਹੁਣ ਜਦੋਂ ਅੱਗ ਬਲੂਗੀ ਸੁਭਾਵਿਕ ਹੈ ਧੂੰਆਂ ਨਿਕਲਣਾ ਹੈ। ਧੂੰਆਂ ਕਾਹਦਾ ਕੱਢਣਾ ਹੈ? ਕਹਿਣਗੇ ਕਾਇਆ ਕਰ ਧੂਈ। ਧੂਈ ਦਾ ਅਰਥ ਧੂੰਆਂ। ਕਹਿੰਦੇ ਇਸ ਸਰੀਰ ਦੇ ਮੋਹ ਦਾ, ਸਰੀਰ ਦਾ ਜਿਹੜਾ ਧੂੰਆਂ ਬਣਾ ਦੇ, ਭਾਵ ਸਰੀਰ ਦੇ ਅੰਦਰ ਪਰਮਾਤਮਾ ਦੇ ਸ਼ਬਦ ਨੂੰ ਜਦੋਂ ਤੂੰ ਚਲਾਏਗਾ ਨਾ ਤੇ ਤੇਰੇ ਸਰੀਰ ਦਾ ਜਿਹੜਾ ਧੂੰਆਂ ਬਣ ਜਾਵੇਗਾ ਤੇ ਬ੍ਰਹਮ ਦ੍ਰਿਸ਼ਟਨ ਦੀ ਅੱਗ ਬਲੇਗੀ। ਜਦੋਂ ਅੱਗ ਬਲ ਗਈ ਤੇ ਜਿਹੜੀ ਅੱਗ ਦੀ ਸਵਾਹ ਬਣਨੀ ਹੈ ਨਾ, ਅਸੀਂ ਮੰਨ ਲਓ ਲੱਕੜਾਂ ਜਲਾਈਆਂ ਜਾਂ ਗੋਹਾ ਜਲਾਇਆ, ਸਵਾਹ ਤੇ ਬਣਨੀ ਹੈ। ਹੁਣ ਸਵਾਹ ਨੂੰ ਇਕੱਠਿਆ ਕਰਨ ਵਾਸਤੇ ਦੋ ਸ਼ਬਦ ਵਰਤੇ ਜਾਂਦੇ ਨੇ। ਕੁਝ ਲੋਕ ਸ਼ਬਦ ਵਰਤਦੇ ਨੇ ਫੁਹਾੜਾ, ਇੱਕ ਸ਼ਬਦ ਵਰਤਿਆ ਜਾਂਦਾ ਭੌੜਾ। ਜਿਨ੍ਹਾਂ ਡੰਗਰ ਰੱਖੇ ਨੇ ਉਹਨਾਂ ਨੂੰ ਪਤਾ, ਜਦੋਂ ਗੋਹਾ ਹਟਾਈਦਾ ਨਾ ਪਿੱਛੇ, ਉੱਥੇ ਭੌੜਾ ਸ਼ਬਦ ਵਰਤਿਆ ਜਾਂਦਾ। ਭੌੜੇ ਦੇ ਨਾਲ ਪਿਛਾਂਹ ਨੂੰ ਖਿੱਚੀਦਾ ਹੈ। ਉਹ ਕਈ ਟਾਈਪ ਦਾ ਹੁੰਦਾ ਹੈ, ਕੋਈ ਲੋਹੇ ਦਾ ਬਣਾ ਲੈਂਦਾ, ਕੋਈ ਲੱਕੜ ਦਾ ਬਣਾ ਲੈਂਦਾ, ਲੰਬਾ ਡੰਡਾ ਲਾਇਆ ਹੁੰਦਾ, ਉਹਦੇ ਨਾਲ ਗੋਹਾ ਅਸੀਂ ਪਿਛਾਂਹ ਕਰਦੇ ਹਾਂ। ਉਹ ਉਸੇ ਹੀ ਤਰੀਕੇ ਦਾ ਬਣਿਆ ਹੁੰਦਾ। ਇੱਕ ਛੋਟਾ ਫੁਹਾੜਾ ਬਣਿਆ ਹੁੰਦਾ ਹੈ। ਇੱਥੇ ਉਹਦੇ ਲਈ ਫੁਹਾਰੀ ਸ਼ਬਦ ਆਇਆ ਹੈ। ਉਹ ਕੀ ਹੁੰਦਾ ਜੀ, ਐਡੀ ਕੁ ਲੱਕੜ ਹੁੰਦੀ ਹੈ ਹੱਥ ਵਾਂਗੂ, ਐਦਾਂ ਉਹਨੂੰ ਡੰਡਾ ਲੱਗਾ ਹੁੰਦਾ ਹੈ, ਉਹਦੇ ਨਾਲ ਸਵਾਹ ਖਿੱਚੀ ਜਾਂਦੀ ਹੈ। ਗਰਮ ਸਵਾਹ 'ਚ ਹੱਥ ਕੌਣ ਮਾਰੇ? ਸੋ ਇੱਥੇ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਦਇਆ ਫੁਹਾਰੀ। ਦਇਆ ਦੀ ਉਹ ਫੁਹਾਰੀ, ਉਹ ਫੁਹਾੜਾ, ਉਹ ਫੁਹਾੜਾ ਬਣਾ ਜਿਹਦੇ ਨਾਲ ਤੂੰ ਸਵਾਹ ਖਿੱਚਣੀ ਹੈ। ਦਇਆ ਫੁਹਾਰੀ ਕਾਇਆ ਕਰ ਧੂਈ। ਸਰੀਰ ਦਾ ਧੂੰਆਂ ਬਣਾ ਤੇ ਜਲਾਉਣਾ ਕੀ ਹੈ? ਦ੍ਰਿਸ਼ਟ ਕੀ ਅਗਨ ਜਲਾਵੇ। ਬ੍ਰਹਮ ਦ੍ਰਿਸ਼ਟੀ ਦੇ ਨਾਲ ਜਿਹੜਾ ਹੈ ਤੂੰ ਸਾਰਿਆਂ ਨੂੰ ਇਕਵਲ ਵੇਖਣ ਦਾ, ਬਰਾਬਰ ਵੇਖਣ ਦੀ ਅੱਗ ਆਪਣੇ ਅੰਦਰ ਬਾਲ। ਇਹਦੇ 'ਚ ਕੀ ਹੋਵੇਗਾ? ਤਿਸਕਾ ਭਾਉ ਲਏ ਰਿੱਧ ਅੰਤਰ। ਭਾਉ ਦਾ ਅਰਥ ਹੈ ਪ੍ਰੇਮ। ਜਦੋਂ ਅੰਦਰ ਬ੍ਰਹਮ ਦੀ ਅੱਗ ਜਲਦੀ ਹੈ ਨਾ, ਫਿਰ ਉਹਨੂੰ ਸਾਰਿਆਂ ਦੇ ਨਾਲ ਇੱਕੋ ਜਿਹੀ ਦ੍ਰਿਸ਼ਟੀ ਨਜ਼ਰ ਆਉਂਦੀ ਹੈ, ਇੱਕੋ ਜਿਹਾ ਸੰਸਾਰ ਨਜ਼ਰ ਆਉਂਦਾ ਹੈ। ਜਦੋਂ ਸੰਸਾਰ ਇੱਕੋ ਜਿਹਾ ਨਜ਼ਰ ਆਉਂਦਾ, ਫਿਰ ਪਰਮਾਤਮਾ ਦੇ ਨਾਲ ਪਿਆਰ ਪੈ ਜਾਂਦਾ ਹੈ। ਸਾਡਾ ਪਰਮਾਤਮਾ ਨਾਲ ਪਿਆਰ ਪਤਾ ਕਿਉਂ ਨਹੀਂ ਪੈਂਦਾ? ਇਹ ਅਸੀਂ ਦੁੱਖ ਸੁੱਖ 'ਚ ਫਸੇ ਹਾਂ। ਸੁੱਖ ਆ ਗਿਆ ਤੇ ਚਾਰ ਪਾਠ ਕਰ ਲਏ, ਦੁੱਖ ਆ ਗਿਆ ਤੇ ਰੱਬ ਨੂੰ ਵੀ ਗਾਲਾਂ ਕੱਢ ਲਾਪੇ, ਰੱਬਾ ਤੂੰ ਮੇਰੇ ਨਾਲ ਮਾੜਾ ਕੀਤਾ। ਕਿਸੇ ਨੂੰ ਅਮੀਰ ਵੇਖ ਲਿਆ, ਬੰਦਾ ਸੜਨ ਲੱਗ ਪੈਂਦਾ ਵੀ ਇਹਦਾ ਤੇ ਕੰਮ ਬਣ ਗਿਆ ਤੇ ਮੈਂ ਤੇ ਫਿਰ ਇੱਥੇ ਦਾ ਇੱਥੇ ਰਹਿ ਗਿਆ। ਉਹ ਜਦੋਂ ਤੈਨੂੰ ਸਾਰੇ ਬਰਾਬਰ ਲੱਗਣਗੇ ਨਾ, ਦੁੱਖ ਵੀ ਚੰਗਾ, ਸੁੱਖ ਵੀ ਚੰਗਾ, ਭੁੱਖ ਵੀ ਚੰਗੀ, ਨੰਗ ਵੀ ਚੰਗੀ, ਫਿਰ ਤੈਨੂੰ ਪਰਮਾਤਮਾ ਦੇ ਨਾਲ ਪਿਆਰ ਹੋਵੇਗਾ। ਕਿਉਂਕਿ ਕੇਤਿਆਂ ਦੁੱਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ। ਜਦੋਂ ਆਹ ਬਿਰਤੀ ਹੋ ਗਈ ਨਾ, ਤੇ ਕਬੀਰ ਸਾਹਿਬ ਕਹਿ ਲਗੇ ਤਿਸਕਾ ਭਾਉ ਲਏ ਰਿੱਧ ਅੰਤਰ। ਪਰਮਾਤਮਾ ਦਾ ਪਿਆਰ ਆਪਣੇ ਹਿਰਦੇ 'ਚ ਪੈਦਾ ਕਰੀ। ਚੌਂ ਜੁਗ ਤਾੜੀ ਲਾਵੈ। ਤਾੜੀ ਦਾ ਅਰਥ ਸੁਰਤ ਜੋੜਨਾ। ਚੌਂ ਜੁਗ ਦਾ ਅਰਥ ਕਰਾਂਗੇ ਹਰ ਵੇਲੇ। ਕਹਿੰਦੇ ਤੂੰ ਹਰ ਵੇਲੇ ਹੀ ਤੇਰੀ ਸੁਰਤ ਪਰਮਾਤਮਾ ਦੇ ਨਾਲ ਜੁੜੀ ਰਹੇਗੀ ਜਦੋਂ ਤੇਰਾ ਪਰਮਾਤਮਾ ਨਾਲ ਪਿਆਰ ਪੈਦਾ ਹੋ ਜਾਏਗਾ। ਇੱਕ ਮਾਂ ਦਾ ਪਿਆਰ ਆਪਣੇ ਬੱਚੇ ਦੇ ਨਾਲ ਹੁੰਦਾ ਹੈ। ਤੇ ਯਾਦ ਰੱਖਿਓ, ਬੱਚਾ ਕਿਤੇ ਹੈ, ਮਾਂ ਕਿਤੇ ਹੈ। ਮਾਂ ਦੇ ਚਿੱਤ 'ਚੋਂ ਕਦੀ ਬੱਚਾ ਨਹੀਂ ਵਿਸਰਦਾ। ਕੋਈ ਵੀ ਗੱਲ ਉਹਦੇ ਨਾਲ ਕਰੋ, ਉਹਨੂੰ ਆਪਣਾ ਪੁੱਤ ਚੇਤੇ ਆਉਣਾ ਹੈ। ਕੋਈ ਖੁਸ਼ੀ ਦੀ ਕਰ ਲਓ, ਕੋਈ ਗਮੀ ਦੀ ਕਰ ਲਓ, ਕੋਈ ਚੰਗੀ ਕਰ ਲਓ, ਮਾੜੀ, ਉਹਨੇ ਫੱਟ ਹੀ ਕਹਿ ਦੇਣਾ ਮੇਰਾ ਪੁੱਤ ਵੀ ਇੱਦਾਂ ਸੀ। ਮਾਂ ਨੂੰ ਪੁੱਤ ਨਹੀਂ ਭੁੱਲਦਾ, ਸਿੱਖ ਨੂੰ ਕਦੀ ਸ਼ਬਦ ਨਹੀਂ ਭੁੱਲਣਾ ਚਾਹੀਦਾ। ਇੱਥੇ ਕਬੀਰ ਸਾਹਿਬ ਕਹਿਣ ਲੱਗੇ ਕਿ ਚੌਂ ਯੁੱਗ ਤਾੜੀ ਲਾਵੇ। ਜਿਵੇਂ ਤੇਰੀ ਹਮੇਸ਼ਾ ਤੂੰ ਤਾੜੀ ਸੁਰਤ ਲਾਉਣਾ ਹੈ ਨਾ, ਜਿਸ ਦਿਨ ਪਰਮਾਤਮਾ ਦੇ ਲਈ ਅੰਦਰ ਪ੍ਰੇਮ ਪੈਦਾ ਹੋ ਗਿਆ ਨਾ, ਉਸ ਦਿਨ ਕਬੀਰ ਸਾਹਿਬ ਕਹਿ ਲਗੇ ਤੇਰੇ ਅੰਦਰ ਜਿਹੜੀ ਹੈ ਹਰ ਵੇਲੇ ਪਰਮਾਤਮਾ ਦੇ ਚਰਨਾਂ 'ਚ ਤੇਰੀ ਸੁਰਤ ਜੁੜੀ ਰਹੇਗੀ। ਅਖੀਰ ਤੇ ਕਹਿ ਲਗੇ ਸਭ ਜੋਗ ਤਨ ਰਾਮ ਨਾਮ ਹੈ ਜਿਸ ਕਾ ਪਿੰਡ ਪ੍ਰਾਨਾ। ਪਿੰਡ ਕਹਿੰਦੇ ਨੇ ਸਰੀਰ ਨੂੰ, ਪ੍ਰਾਨ ਦਾ ਅਰਥ ਹੈ ਸਵਾਸ। ਕਹਿੰਦੇ ਜਿਸ ਪਰਮਾਤਮਾ ਨੇ ਸਰੀਰ ਦਿੱਤਾ ਹੈ, ਜਿਸ ਪਰਮਾਤਮਾ ਨੇ ਸਵਾਸ ਦਿੱਤੇ ਨੇ ਨਾ, ਅਸਲ ਦੇ ਵਿੱਚ ਉਹਦਾ ਨਾਮ ਹੀ ਰਾਮ ਨਾਮ। ਰਾਮ ਦਾ ਅਰਥ ਕਰਾਂਗੇ ਰਮਿਆ ਹੋਇਆ ਪਰਮਾਤਮਾ। ਉਸ ਰਾਮ ਦਾ ਨਾਮ ਹੀ ਅਸਲੀ ਯੋਗ ਹੈ। ਜੇ ਤੂੰ ਪਰਮਾਤਮਾ ਦੇ ਨਾਮ ਨੂੰ ਜਪਣ ਲੱਗ ਪਿਆ, ਅਸਲੀ ਤੇਰੇ ਵਾਸਤੇ ਯੋਗ ਉਹ ਬਣ ਜਾਣਾ ਹੈ। ਗੱਲਾਂ ਵਾਲਾ ਯੋਗ ਨਹੀਂ, ਜਿਹਨੂੰ ਮੈਂ ਕਿਹਾ ਸੀ ਆਰੰਭ ਦੇ ਵਿੱਚ ਕਿ ਗੱਲੀ ਯੋਗ ਨਾ ਹੋਈ, ਗੱਲਾਂ ਨਾਲ ਯੋਗ ਨਹੀਂ। ਕਹਿੰਦੇ ਇਹ ਸਭ ਯੋਗਤਨ, ਸਾਰੇ ਯੋਗੀ। ਯੋਗਤਮ ਦਾ ਅਰਥ ਕਰਾਂਗੇ ਸਾਰੇ ਯੋਗਾਂ ਦੇ ਵਿੱਚ ਉੱਤਮ ਯੋਗ। ਸਾਰੇ ਤਰੀਕਿਆਂ ਤੋਂ ਸ੍ਰੇਸ਼ਟ ਤਰੀਕਾ ਕੀ ਹੈ? ਰਾਮ ਨਾਮ ਹੈ। ਤੂੰ ਪਰਮਾਤਮਾ ਦਾ ਨਾਮ ਜਪ ਲਾ, ਇਹੀਓ ਤੇਰੇ ਵਾਸਤੇ ਸਭ ਤੋਂ ਵਧੀਆ ਯੋਗ ਹੈ। ਕਿਉਂ? ਕਿਉਂਕਿ ਜਿਸ ਕਾ ਪਿੰਡ ਪ੍ਰਾਨਾ, ਜਿਸ ਪਰਮਾਤਮਾ ਨੇ ਸਵਾਸ ਦਿੱਤੇ ਨੇ, ਸਰੀਰ ਦਿੱਤਾ, ਤੂੰ ਉਹਦਾ ਨਾਮ ਜਪਿਆ ਕਰ। ਕਹੋ ਕਬੀਰ ਜੇ ਕਿਰਪਾ ਧਾਰੈ। ਜੇ ਨਾਮ ਜਪਦਿਆਂ ਕਿਤੇ ਪਰਮਾਤਮਾ ਨੇ ਤੇਰੇ ਤੇ ਕਿਰਪਾ ਕਰ ਦਿੱਤੀ ਨਾ, ਫਿਰ ਕੀ ਹੋਏਗਾ? ਦੇ ਸੱਚਾ ਨਿਸ਼ਾਨਾ। ਨਿਸ਼ਾਨ ਦੇ ਅਰਥ ਬੜੇ ਆਏ ਨੇ, ਪਰ ਇੱਥੇ ਨਿਸ਼ਾਨ ਦਾ ਅਰਥ ਕਰਾਂਗੇ ਨਿਸ਼ਾਨੀ, ਭਾਵ ਅਰਥ ਕਰਾਂਗੇ ਮੱਥੇ ਦਾ ਨੂਰ। ਇਹ ਅੰਤਰੀਵ ਇਹਦੇ ਅਰਥ ਕਰਾਂਗੇ ਪਰਮਾਤਮਾ ਦਾ ਉਹ ਰੂਪ, ਉਹ ਨੂਰ ਜਿਹੜਾ ਮਨੁੱਖ ਦੇ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਤੇ ਇਹਦੇ ਚਿਹਰੇ ਦੇ ਰਾਹੀਂ ਗਦ ਸਾਨੂੰ ਨਜ਼ਰ ਪਿਆ ਹੁੰਦਾ ਹੈ। ਇਹ ਕਈਆਂ ਗੁਰਮੁਖਾਂ ਦੇ ਚਿਹਰੇ ਡਲਕਦੇ ਹੁੰਦੇ ਸਨ, ਇਹ ਭਖਦੇ ਹੁੰਦੇ ਸਨ ਅੰਗਿਆਰਾਂ ਵਾਂਗ, ਜਿਨ੍ਹਾਂ ਅੰਦਰ ਪਰਮਾਤਮਾ ਦੇ ਨਾਮ ਪ੍ਰਗਟ ਹੋ ਜਾਂਦਾ ਸੀ। ਇੱਥੋਂ ਤੱਕ ਭਾਈ ਵੀਰ ਸਿੰਘ ਦੇ ਸਰੀਰ 'ਚੋਂ ਨਾ ਸੁਗੰਧੀ ਵੀ ਆਉਂਦੀ ਹੁੰਦੀ ਸੀ। ਫਿਰ ਮੈਂ ਕਿਸੇ ਦਿਨ ਤੁਹਾਡੇ ਨਾਲ ਸਾਂਝੀ ਕਰਾਂਗਾ। ਅੱਜ ਤੁਸੀਂ ਪਰਫਿਊਮ ਵਰਤਦੇ ਜੇ ਨਾ, ਇਹ ਤੇ ਬਾਹਰੀ ਅਤਰ ਇਕੱਠਾ ਕੀਤਾ ਹੋਇਆ ਹੈ, ਜਿਹਦੇ ਅੰਦਰ ਨਾਮ ਟਿਕ ਜਾਂਦਾ, ਉਹਦੇ ਅੰਦਰੋਂ ਹੀ ਸੁਗੰਧੀ ਪੈਦਾ ਹੋ ਜਾਂਦੀ ਹੈ।
एक असी अपने चेहरे ਨੂੰ ਬਾਹਰੀ ਚੀਜ਼ਾਂ ਦੇ ਨਾਲ ਸੋਹਣਾ ਕਰਦੇ ਆ, ਚਮਕਦਾ ਕਰਦੇ ਆ, ਕਈ ਕਰੀਮਾਂ ਕਰੂਮਾਂ ਲਾ ਕੇ, ਪਰ ਜਿਹਦੇ ਅੰਦਰ ਪ੍ਰਮਾਤਮਾ ਦਾ ਨਾਮ ਟਿਕ ਜਾਂਦਾ ਉਹਦਾ ਚਿਹਰਾ ਆਪਣੇ ਆਪ ਹੀ ਚਮਕਣ ਲੱਗ ਪੈਂਦਾ ਹੈ। ਇੱਥੇ ਕਬੀਰ ਸਾਹਿਬ ਕਹਿ ਲਗੇ ਦੇ ਸੱਚਾ ਨਿਸ਼ਾਨਾ, ਸੱਚੀ ਨਿਸ਼ਾਨੀ ਸਦਾ ਸਥਿਰ ਰਹਿਣ ਵਾਲਾ ਪ੍ਰਮਾਤਮਾ ਦਾ ਨੂਰ ਜਿਹੜਾ ਤੇਰੇ ਚਿਹਰੇ ਤੇ ਆਣ ਕੇ ਟਿਕ ਜਾਵੇਗਾ। ਕਦੋਂ? ਕਹੋ ਕਬੀਰ ਜੇ ਕਿਰਪਾ ਧਾਰੇ, ਜੇ परमात्मा ने किरपा कर दी तो तेरी सुरत परमात्मा के नाल जुड़ के ते तेरे हिरदे दे विच तेरे मुखड़े दे उत्ते सच्चा निशान भाव सच्चा नूर आण के टिक जाएगा। सो ये जोगी दे अर्थ भगत कबीर साहब ने अपनी भाषा के नाल गुरमत के आशय अनुसार कीते ने, जिहदा भाव है तू गल्लां दे नाल बाहरी सिद्धांतां नूं छड्ड के अंदरूनी अर्थ लैके चल ते तू परमात्मा के नाल जुड़ सकदा। इन्नियां बेनतियां प्रवान होईयां, भुल्लां गलतियां दी खेमा। आओ पावन पंक्तियां का जाप सरवण करके समाप्ति करिए। सब जोग तन राम नाम है, जिसका पिंड पराना, कहो कबीर जे किरपा धारै, दे सच्चा निशाना। वाहिगुरु जी का खालसा, वाहिगुरु जी